ਵਾਲੀਆ ਸਾਹਿਬ ਕਿਵੇਂ ਦੇਖਦੇ ਹੋ ਐਮਐਸਪੀ ਨੂੰ ਲੈ ਕੇ? ਜਿਵੇਂ ਤੁਸੀਂ ਕਹਿ ਰਹੇ 94 ਪਤਾ ਨਹੀਂ 96% ਐਮਐਸਪੀ ਨਹੀਂ ਮਿਲਦੀ ਹੈ, ਕੀ ਅੰਕ? ਦੇਖੋ, ਜੇ ਆਪਾਂ ਇਕੱਲੇ ਕਣਕ ਦੀ ਤੇ ਝੋਨੇ ਦੀ ਗੱਲ ਕਰ ਲਈਏ ਤਾਂ ਸਿਰਫ 6% ਐਮਐਸਪੀ ਜਿਹੜੀ ਪੂਰੇ ਇੰਡੀਆ 'ਚ ਜਿਹੜੀ ਹੈ ਮਿਲਦੀ ਹੈ। ਲਾਗੂ ਸਾਰੇ ਇੰਡੀਆ 'ਚ ਹੈ ਪਰ ਮਿਲਦੀ ਸਿਰਫ ਉਨੇ ਕੁ 94% ਨੂੰ ਨਹੀਂ ਮਿਲਦੀ, ਜਿਸ 'ਚ ਪੰਜਾਬ, ਹਰਿਆਣਾ ਤੇ ਵੈਸਟਰਨ ਯੂਪੀ ਜਿਹੜਾ ਉਹ ਮੋਸਟਲੀ ਉੱਥੇ ਐਮਐਸਪੀ ਮਿਲਦੀ ਹੈ। ਤੇ ਐਮਐਸਪੀ ਜਿਵੇਂ ਆਪਾਂ ਝੋਨੇ ਦੀ ਗੱਲ ਕਰੀਏ, ਪੈਡੀ ਦੀ ਗੱਲ ਕਰ ਲਈਏ ਤੇ 1940 ਰੇਟ ਹੈਗਾ। ਤੇ ਜਿਹੜਾ ਕਿ ਪੰਜਾਬ 'ਚ ਵੀ ਚਲੋ ਰੌਲਾ ਪਾ ਕੇ ਅਸੀਂ ਲੈ ਲੈਂਦੇ ਹਾਂ, ਹਰਿਆਣੇ 'ਚ ਵੀ ਮਿਲ ਜਾਂਦਾ, ਯੂਪੀ 'ਚ ਵੀ ਕੁਝ ਪਾਰਟ 'ਚ, ਵੈਸਟਰਨ 'ਚ ਮਾੜਾ ਮੋਟਾ ਮਿਲ ਜਾਂਦਾ ਹੈ। ਜਿਵੇਂ ਆਪਾਂ ਬਿਹਾਰ ਤੋਂ ਸ਼ੁਰੂ ਕਰ ਲਈਏ, ਰਕੇਸ਼ ਟਕੈਤ ਜੀ ਦਾ ਹੀ ਆਪਣਾ ਬਿਆਨ ਸੀਗਾ ਕਿ 50% ਕਿਸਾਨਾਂ ਨੂੰ 800 ਰੁਪਏ ਦੇ ਰੇਟ ਨਾਲ ਪੈਡੀ ਜਿਹੜੀ ਝੋਨਾ ਜਿਹੜਾ ਹੈਗਾ ਉਹ ਵੇਚਣਾ ਪੈਂਦਾ ਹੈ ਐਮਐਸਪੀ ਤੋਂ ਅੰਨੇ ਥੱਲੇ ਆ ਕੇ, ਮਤਲਬ ਅੱਧ ਤੋਂ ਵੀ ਥੱਲੇ ਆ ਕੇ। ਤੇ ਹੁਣ ਤੁਹਾਨੂੰ ਕਿਵੇਂ ਲੱਗਦਾ ਇੱਕ ਹਵਾ ਚੱਲਦੀ ਪਈ ਹੈ ਕਿ ਕਿਸਾਨ ਅੰਦੋਲਨ ਤੋਂ ਬਾਅਦ ਰਾਜੇਵਾਲ ਸਾਹਿਬ ਵੀ ਕਹਿੰਦੇ ਆਮ ਆਦਮੀ ਪਾਰਟੀ ਦਾ ਮੁੱਖ ਚਿਹਰਾ ਹੋਣ ਨੂੰ ਜਾ ਰਹੇ ਆ? ਦੇਖੋ, ਵੈਸੇ ਤਾਂ ਰਾਜੇਵਾਲ ਸਾਹਿਬ ਦਾ ਆਪਣਾ ਡਿਸੀਜਨ ਹੈ ਇਹ। ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਸਾਰੇ ਕਿਸਾਨ ਲੀਡਰਾਂ ਨੂੰ ਵੀ ਆਪਾਂ ਕੋਈ ਰਾਜਨੀਤਿਕ ਆਪਣੀ ਪਾਰਟੀ ਬਣਾ ਲਓ, ਲਹਿਦੀ ਗੱਲ ਹੈ, ਪਰ ਰਾਜਨੀਤਿਕ ਪਾਰਟੀ 'ਚ ਨਾ ਜਾਈਏ। ਰਾਜੇਵਾਲ ਸਾਹਿਬ ਜਾਣਾ ਚਾਹੁੰਦੇ ਉਹ ਤਾਂ ਚਲੋ ਉਹਨਾਂ ਦੀ ਮਰਜ਼ੀ ਹੈ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਭਾਵੇਂ 3 ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ, ਪਰ ਐਮਐਸਪੀ ਵਾਲਾ ਜਿਹੜਾ ਮੁੱਦਾ ਹੈ ਉਹ ਮੁੱਦੇ ਦੇ ਉੱਪਰ, ਕਿਉਂਕਿ ਹਰੇਕ ਫਸਲ ਦੇ ਉੱਤੇ ਤੇ ਹਰੇਕ ਫਰੂਟ ਦੇ ਉੱਤੇ ਐਮਐਸਪੀ ਮਿਲਣੀ ਚਾਹੀਦੀ ਹੈ। ਸਾਰੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਐਡਵੋਕੇਟ ਸਤਵੀਰ ਸਿੰਘ ਵਾਲੀਆ ਜੀ। ਇਹਨਾਂ ਕੋਲ ਅੰਕੜੇ ਨੇ ਵੀ ਐਮਐਸਪੀ ਦਾ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ। ਵਾਲੀਆ ਸਾਹਿਬ ਕਿਵੇਂ ਦੇਖਦੇ ਹੋ ਐਮਐਸਪੀ ਨੂੰ ਲੈ ਕੇ? ਜਿਵੇਂ ਤੁਸੀਂ ਕਹਿ ਰਹੇ 94 ਪਤਾ ਨਹੀਂ 96% ਐਮਐਸਪੀ ਨਹੀਂ ਮਿਲਦੀ ਹੈਗੀ, ਕੀ ਅੰਕੜੇ ਨੇ? ਦੇਖੋ, ਜੇ ਆਪਾਂ ਇਕੱਲੇ ਕਣਕ ਦੀ ਤੇ ਝੋਨੇ ਦੀ ਗੱਲ ਕਰ ਲਈਏ ਤਾਂ ਸਿਰਫ 6% ਐਮਐਸਪੀ ਜਿਹੜੀ ਪੂਰੇ ਇੰਡੀਆ 'ਚ ਜਿਹੜੀ ਹੈ ਮਿਲਦੀ ਹੈ। ਤੇ ਲਾਗੂ ਸਾਰੇ ਇੰਡੀਆ 'ਚ ਹੈ ਪਰ ਮਿਲਦੀ ਸਿਰਫ ਉਨੇ ਕੁ 94% ਨੂੰ ਨਹੀਂ ਮਿਲਦੀ, ਜਿਸ 'ਚ ਪੰਜਾਬ, ਹਰਿਆਣਾ ਤੇ ਵੈਸਟਰਨ ਯੂਪੀ ਜਿਹੜਾ ਉਹ ਮੋਸਟਲੀ ਉੱਥੇ ਐਮਐਸਪੀ ਮਿਲਦੀ ਹੈ। ਤੇ ਐਮਐਸਪੀ ਜਿਵੇਂ ਆਪਾਂ ਝੋਨੇ ਦੀ ਗੱਲ ਕਰੀਏ, ਪੈਡੀ ਦੀ ਗੱਲ ਕਰ ਲਈਏ ਤੇ 1940 ਰੇਟ ਹੈਗਾ। ਤੇ ਜਿਹੜਾ ਕਿ ਪੰਜਾਬ 'ਚ ਵੀ ਚਲੋ ਰੌਲਾ ਪਾ ਕੇ ਅਸੀਂ ਲੈ ਲੈਂਦੇ ਹਾਂ, ਹਰਿਆਣੇ 'ਚ ਵੀ ਮਿਲ ਜਾਂਦਾ, ਯੂਪੀ 'ਚ ਵੀ ਕੁਝ ਪਾਰਟ 'ਚ, ਵੈਸਟਰਨ 'ਚ ਮਾੜਾ ਮੋਟਾ ਮਿਲ ਜਾਂਦਾ ਹੈ। ਪਰ ਬਾਕੀ ਯੂਪੀ ਦੀ ਗੱਲ ਕਰੀਏ, ਬਿਹਾਰ ਦੀ ਗੱਲ ਕਰੀਏ ਤੇ ਹੋਰ ਤੇਲੰਗਾਨਾ ਦੀ ਗੱਲ ਕਰੀਏ, ਜਿਵੇਂ ਆਪਾਂ ਬਿਹਾਰ ਤੋਂ ਸ਼ੁਰੂ ਕਰ ਲਈਏ, ਰਕੇਸ਼ ਟਕੈਤ ਜੀ ਦਾ ਹੀ ਆਪਣਾ ਬਿਆਨ ਸੀਗਾ ਕਿ 50% ਕਿਸਾਨਾਂ ਨੂੰ 800 ਰੁਪਏ ਦੇ ਰੇਟ ਨਾਲ ਪੈਡੀ ਜਿਹੜੀ ਝੋਨਾ ਜਿਹੜਾ ਹੈਗਾ ਉਹ ਵੇਚਣਾ ਪੈਂਦਾ ਹੈ ਐਮਐਸਪੀ ਤੋਂ ਅੰਨੇ ਥੱਲੇ ਆ ਕੇ, ਮਤਲਬ ਅੱਧ ਤੋਂ ਵੀ ਥੱਲੇ ਆ ਕੇ। ਤੇ ਉਹ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਿਹਾਰ 'ਚ 1100 ਰੁਪਏ ਦੇ ਤਕਰੀਬਨ 11 ਤੇ 1200 ਦੇ ਰੇਟ 'ਤੇ ਵਿਕਦੀ ਹੈ। ਦਿੱਲੀ 'ਚ ਗੱਲ ਕਰੀਏ 1500 ਤੇ 1600 ਦੇ ਰੇਟ 'ਤੇ ਪਿੱਛੇ ਲਿਫਟ ਹੋਈ ਹੈ। ਕਿਸਾਨ ਆਗੂ ਨੇ ਵੀ ਜ਼ਿਕਰ ਕੀਤਾ ਸੀ, ਜਦੋਂ ਉਹਨਾਂ ਨੇ ਲਾਈਵ ਰੇਡ ਕੀਤੀ ਸੀ ਟਕੈਤ ਸਾਹਿਬ ਨਾਲ ਜਾ ਕੇ, ਟਕੈਤ ਸਾਹਿਬ ਦਾ ਇੱਕ ਸਹਿਯੋਗੀ ਸੀ ਉਹਨਾਂ ਨਾਲ ਜਾ ਕੇ ਮੰਡੀ 'ਚ, ਤਾਂ ਉਹਨਾਂ ਨੇ ਦੇਖਿਆ ਸੀਗਾ। ਫਿਰ ਆਪਾਂ ਗੱਲ ਕਰ ਲਈਏ ਕਰਨਾਟਕਾ ਦੀ ਗੱਲ ਕਰ ਲਈਏ, ਕਰਨਾਟਕਾ 'ਚ ਵੀ 1100 ਤੇ 1200 ਦੇ ਰੇਟ ਨੂੰ ਮਿਲਦੀ ਹੈ। ਤੇ ਝਾਰਖੰਡ ਦੀ ਗੱਲ ਕਰ ਲਈਏ ਉੱਥੇ 1300 ਦੇ ਰੇਟ ਨੂੰ ਚੱਕੀ ਜਾਂਦੀ ਹੈ। ਸੋ ਜਿੱਥੇ 1940 ਰੇਟ ਹੋਵੇ ਉੱਥੇ ਨੇ ਘੱਟ ਰੇਟ 'ਤੇ। ਜੇ ਆਪਾਂ ਪਰ ਕਿੱਲੇ ਦੀ ਗੱਲ ਕਰ ਲਈਏ, ਇੱਕ ਕਿੱਲੇ 'ਚ ਜਿਹੜੀ ਐਵਰੇਜ ਜਿਹੜਾ ਹੈਗਾ, ਜੇ ਆਪਾਂ ਐਮਐਸਪੀ ਨੂੰ ਕਾਊਂਟ ਕਰਕੇ ਚੱਲੀਏ ਝੋਨੇ ਦਾ, ਤਾਂ ਉਹ ਤਕਰੀਬਨ ਸਾਨੂੰ 30,000 ਰੁਪਇਆ ਕਿੱਲਾ ਜਿਹੜਾ ਹੈਗਾ ਪ੍ਰੋਫਿਟ ਦੀ ਗੱਲ ਆਪਾਂ ਵਿੱਚ ਆਉਂਦਾ ਹੈ, 25 ਤੋਂ ਲੈ ਕੇ 30,000 ਦਾ ਰੇਟ। ਪਰ ਜੇ ਸਾਡੀ ਐਮਐਸਪੀ ਤੋਂ ਥੱਲੇ ਜਾ ਕੇ 800 ਦੇ ਰੇਟ ਨੂੰ ਚੱਕੀ ਜਾਊਗੀ ਤਾਂ ਸਾਡੀ ਲਾਗਤ ਵੀ ਤਾਂ ਹੈ ਨਾ। ਬਿਲਕੁਲ, ਮਤਲਬ ਪ੍ਰੋਫਿਟ ਜੇ ਆਪਾਂ ਗੱਲ ਕਰੀਏ ਉਹ ਸਾਰਾ ਫਿਰ 4 ਤੋਂ 5,000 ਰੁਪਏ ਰਹਿ ਜਾਂਦਾ ਹੈ। 6 ਮਹੀਨੇ ਦੀ ਮਿਹਨਤ ਹੁੰਦੀ ਹੈ, 4-6 ਮਹੀਨੇ ਦੀ ਮਿਹਨਤ ਹੁੰਦੀ ਹੈ, ਤੇ ਬਾਅਦ ਪਿੱਛੇ ਰੇਟ ਜਿਹੜਾ ਸਾਨੂੰ 4 ਤੋਂ 5,000 ਹੀ ਮਿਲਦਾ ਹੈ। ਤੇ ਤਾਂ ਹੀ ਤਾਂ ਤੁਸੀਂ ਦੇਖਿਆ ਜਦੋਂ ਪੰਜਾਬ 'ਚ ਜਦੋਂ ਆਪਣੇ ਪ੍ਰੋਟੈਸਟ ਚੱਲ ਰਿਹਾ ਸੀਗਾ ਤੇ ਇਸ ਪ੍ਰੋਟੈਸਟ 'ਚ ਜੀਰੀ ਦੇ ਟਰੱਕ ਲੋਕਾਂ ਨੇ ਫੜੇ ਤੇ ਉਹ 800 ਰੁਪਏ ਦੇ ਰੇਟ ਨੂੰ, 1000 ਰੁਪਏ ਦੇ ਰੇਟ ਨੂੰ ਬਿਲਟੀਆਂ ਕੱਟੀਆਂ ਹੋਈਆਂ ਸੀਗੀਆਂ। ਤਾਂ ਉਹ ਬਿਹਾਰ ਤੋਂ ਕੋਈ ਆ ਰਿਹਾ ਸੀ, ਕੋਈ ਯੂਪੀ ਤੋਂ ਆ ਰਿਹਾ ਸੀਗਾ। ਸੋ ਇੱਕ ਵੱਡਾ ਮੁੱਦਾ ਹੈ। ਦੇਖੋ, 3 ਕਾਲੇ ਕਾਨੂੰਨਾਂ ਤੇ ਮੈਂ ਵਧਾਈ ਵੀ ਦਿੰਦਾ ਹਰ ਇੱਕ ਇਨਸਾਨ ਨੂੰ, ਉਸਨੂੰ ਜਿਹੜਾ ਇਸ ਅੰਦੋਲਨ ਦੇ ਨਾਲ ਜੁੜਿਆ। ਤੇ ਇਹ ਅੰਦੋਲਨ 'ਚ ਜਿੰਨਾ ਕਿਸਾਨਾਂ ਦਾ ਅੰਦੋਲਨ ਸੀਗਾ ਤੇ ਉਨਾ ਹੀ ਅੰਦੋਲਨ ਨੇ ਜਨਰਲ ਪਬਲਿਕ ਦਾ ਸੀਗਾ। ਚਾਹੇ ਕੋਈ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦਾ ਨਹੀਂ ਰੱਖਦਾ, ਚਾਹੇ ਉਹ ਜਨਰਲ ਪਬਲਿਕ ਵੀ ਹੈ, ਉਹ ਵੀ 50% ਜੇ ਕਹੂੰਗਾ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੇ ਉਹਨਾਂ ਦੇ ਆਗੂਆਂ ਦੇ ਨਾਲ ਜਿਹੜੇ ਲੋਕ ਸੀਗੇ, ਤੇ 50% ਅੰਦੋਲਨ 'ਚ ਇਹ ਬਾਹਰ ਬੈਠੇ ਲੋਕ ਨੇ। ਉਹਨਾਂ ਨੂੰ ਕੀ ਲੈਣਾ ਸੀਗਾ, ਉਹਨਾਂ ਨੇ ਕਿਹੜੇ ਖੇਤੀ ਕਰਨੀ ਆ ਕੇ, ਜਿਹੜੇ NRIs ਨੇ। ਤੇ ਪਰ ਉਹ ਇਸ ਅੰਦੋਲਨ ਨਾਲ ਜੁੜੇ, ਦਿੱਲੀ ਦੇ ਲੋਕ ਜੁੜੇ, ਲੋਕਲ ਲੋਕ ਜੁੜੇ, ਪੂਰਾ ਇੰਡੀਆ, ਪੂਰਾ ਦੇਸ਼, ਪੂਰਾ ਵਰਲਡ ਇਸ ਅੰਦੋਲਨ ਨਾਲ ਖੜਿਆ। ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਸੀਗਾ ਕਿਸਾਨੀ ਨਾਲ, ਉਹ ਵੀ ਖੜੇ। ਉਹ ਕਿਉਂ ਖੜੇ? ਕਿਉਂਕਿ ਇੱਕ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਬੜਾ ਵੱਡਾ ਧੱਕਾ ਜਿਹੜਾ ਕੇਂਦਰ ਸਰਕਾਰ ਨੇ ਕੀਤਾ ਕਿਸਾਨੀ ਨਾਲ। ਤੇ ਉੱਥੇ ਹੀ ਜਿੱਥੇ ਪੰਜਾਬ ਤੋਂ ਅੰਦੋਲਨ ਸ਼ੁਰੂ ਹੋ ਕੇ ਹਰਿਆਣੇ 'ਚ ਵੜਿਆ, ਯੂਪੀ 'ਚ ਵੜਿਆ, ਰਾਜਸਥਾਨ 'ਚ ਵੜਿਆ, ਉੱਥੇ ਜਿਹੜਾ ਸਾਰਾ ਦੇਸ਼ ਨਾਲ ਜੁੜਿਆ, ਉਹ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਲ ਐਮਐਸਪੀ ਦੇ ਮੁੱਦੇ 'ਤੇ ਵੀ ਜੁੜਿਆ। ਕਿਉਂਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇੱਕ ਉਮੀਦ ਜਗੀ ਵੀ ਸ਼ਾਇਦ ਹੁਣ ਇਸ ਅੰਦੋਲਨ 'ਚ ਸਾਨੂੰ ਗਰੰਟੀਡ ਐਮਐਸਪੀ
ਦੇਖੋ ਆਪਾਂ ਦੁਕਾਨ ਤੇ ਬਿਸਕੁਟ ਦਾ ਪੈਕਟ ਹੈ ਕੋਈ ਹੋਰ ਲੈਣ ਜਾਂਦੇ ਆ ਤੇ ਉੱਥੇ ਉਹਨਾਂ ਨੇ ਜਿਹੜਾ ਮੈਕਸਿਮਮ ਸਪੋਰਟ ਪ੍ਰਾਈਸ ਜਿਹੜਾ ਲਿਖਿਆ ਹੁੰਦਾ ਹੈ ਕਿ ਵੱਧ ਤੋਂ ਵੱਧ ਰੇਟ ਜਿਹੜਾ ਹੈਗਾ ਉਸ ਰੇਟ ਤੇ ਉਹ ਵੇਚਿਆ ਜਾਏਗਾ ਤੇ ਇਹ ਤਾਂ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਸਾਡਾ ਅੰਨਦਾਤਾ ਜੇ ਉਹਨੂੰ ਵੀ ਨਹੀਂ ਮਿਲੇਗਾ ਤਾਂ ਹੀ ਤਾਂ ਅੱਜ ਲੱਖਾਂ ਰੁਪਏ ਦੇ ਲੋਨ ਕਰਜ਼ੇ ਜਿਹੜੇ ਹੈਗੇ ਕਿਸਾਨਾਂ ਦੇ ਚੜੇ ਹੋਏ ਨੇ। ਇੰਨੀਆਂ ਸਬਸਿਡੀਆਂ ਦੇਣ ਤੋਂ ਬਾਅਦ ਵੀ ਕਿਸਾਨ ਸਾਡਾ ਗਰੀਬ ਕਿਉਂ ਹੈ? ਉਹ ਤਾਂ ਹੀ ਗਰੀਬ ਹੈ ਕਿਉਂਕਿ ਇੱਕ ਤੈਅਸ਼ੁਦਾ ਅਮਾਊਂਟ ਜਿਹੜਾ ਸਰਕਾਰ ਵੱਲੋਂ ਤੈਅ ਕੀਤਾ ਜਾਂਦਾ ਉਸ ਰੇਟ ਤੇ ਵੀ ਉਹਨਾਂ ਦੀ ਫਸਲਾਂ ਨਹੀਂ ਚੱਕੀਆਂ ਜਾਂਦੀਆਂ। ਮੈਂ ਤਾਂ ਕਹਿੰਦਾ ਸਬਜ਼ੀਆਂ ਤੋਂ ਲੈ ਕੇ ਦਾਲਾਂ ਤੋਂ ਲੈ ਕੇ ਹਰ ਚੀਜ਼ ਤੇ ਜਿਨ੍ਹਾਂ ਤੇ MSP ਨਹੀਂ ਵੀ ਹੈਗੀ ਤਾਂ ਉਹਨਾਂ ਤੇ MSP ਦੇ ਰੇਟ ਤੋਂ ਚੱਕਿਆ ਜਾਣਾ ਚਾਹੀਦਾ। ਸੋ ਇਹ ਮੈਂ ਕਿਸਾਨ ਜਥੇਬੰਦੀਆਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਹੋ ਵੀ ਜਿਵੇਂ 3 ਕਾਲੇ ਖੇਤੀ ਕਾਨੂੰਨਾਂ ਵਾਸਤੇ ਲੜਾਈ ਲੜੀ ਹੈ ਤੇ ਉੱਤੇ ਬਹੁਤ ਵੱਡੀ ਜਿੱਤ ਹੋਈ ਹੈ ਤੇ ਇਹ MSP ਵਾਸਤੇ ਕੀ ਕਰਨਾ? ਦੇਖੋ ਮੈਂ ਤਾਂ ਖੈਰ ਸੁਝਾਅ ਦੇਣ ਵਾਲਾ ਕੀ ਹੁੰਦਾ, ਬਹੁਤ ਵੱਡੇ ਗਿਆਨੀ ਨੇ, ਉਹਨਾਂ ਦਾ ਬਹੁਤ ਵੱਡਾ ਤਜਰਬਾ ਕਿਸਾਨ ਜਥੇਬੰਦੀਆਂ ਦਾ ਜਿਹੜਾ ਹੈਗਾ ਜੋ ਲੀਡਰਸ ਹੈਗੇ ਉਹਨਾਂ ਦਾ ਇਸ ਫੀਲਡ 'ਚ ਹੈਗਾ। ਤਾਂ ਮੈਂ ਤਾਂ ਕੋਈ ਸੁਝਾਅ ਦੇਣ ਦੇ ਲਾਇਕ ਹੀ ਨਹੀਂ ਹੈ ਕਿ ਮੈਂ ਉਹਨਾਂ ਨੂੰ ਕੋਈ ਸੁਝਾਅ ਦੇ ਸਕਾਂ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਹੈ ਕਿ ਕੱਲ੍ਹ ਨੂੰ ਫੇਰ ਜੇ ਸਾਨੂੰ ਲੋੜ ਪਊਗੀ ਕੋਈ ਅੰਦੋਲਨ ਖੜਾ ਕਰਨ ਦੀ ਤਾਂ ਉਸ ਅੰਦੋਲਨ ਨੂੰ ਖੜਾ ਕਰਨ ਵਾਸਤੇ ਸਾਡੇ ਨਾਲ ਪੂਰੇ ਦੇਸ਼ ਦੇ ਬਾਕੀ ਕਿਸਾਨ ਜਿਹੜੇ ਉਹਨਾਂ ਨੂੰ ਜੋੜਿਆ ਕਿਵੇਂ ਜਾਏਗਾ? ਕਿਉਂਕਿ MSP ਇੱਕ ਮੇਨ ਮੁੱਦਾ ਸੀਗਾ, ਨਾਲ ਚੌਥਾ ਮੁੱਦਾ ਜਿਹੜਾ MSP ਸੀਗਾ ਤੇ MSP ਦੇ ਵਾਸਤੇ ਹੁਣ ਚਲੋ ਨੋ ਡਾਊਟ ਕਮੇਟੀਆਂ ਬਣ ਰਹੀਆਂ, ਗੱਲ ਕਰ ਰਹੀਆਂ। ਮੇਰੀ ਤਾਂ ਬੇਨਤੀ ਕਿ ਹੋਊਗੀ ਜਿਵੇਂ ਬਾਰ-ਬਾਰ ਗੱਲਾਂ ਉੱਠ ਰਹੀਆਂ ਕਿ ਕੁਝ ਕਿਸਾਨ ਆਗੂ ਜਿਹੜੇ ਹੈ ਨੇ ਉਹ ਰਾਜਨੀਤਿਕ ਪਾਰਟੀਆਂ ਜੁਆਇਨ ਕਰਨ ਲੱਗੇ ਨੇ ਜਾਂ ਕੋਈ ਰਾਜਨੀਤਿਕ ਜਾਣਾ ਚਾਹੁੰਦੇ ਨੇ, ਤਾਂ ਮੇਰੀ ਤਾਂ ਹੱਥ ਜੋੜ ਕੇ ਜਿਵੇਂ ਟਕੈਤ ਸਾਹਿਬ ਨੇ ਵੀ ਬੜੀ ਵਧੀਆ ਗੱਲ ਕਹੀ ਸੀਗੀ ਵੀ ਸਾਡਾ ਪਹਿਲੇ ਮੁੱਦੇ ਹੱਲ ਹੋਣੇ ਜ਼ਰੂਰੀ ਨੇ, ਬਾਕੀ ਗੱਲਾਂ ਬਾਅਦ ਨੇ। ਤਾਂ ਇਸ ਕਰਕੇ ਪਹਿਲਾਂ ਮੈਂ ਕਹੂੰਗਾ ਰਾਜਨੀਤੀ ਵਾਸਤੇ ਸਾਰੀ ਉਮਰ ਹੋਰ ਪਈ ਹੈ, ਕੋਈ ਨਹੀਂ ਅਗਲੇ 5 ਸਾਲ ਫੇਰ ਆ ਜਾਣਗੇ। ਤੇ ਜਿਹੜਾ ਇੱਕ ਵੱਡਾ ਮੁੱਦਾ MSP ਦਾ, ਕਿਉਂਕਿ ਜੇ ਅਸੀਂ ਰਾਜਨੀਤੀ 'ਚ ਵੜ ਜਾਂਦੇ ਹਾਂ ਤਾਂ ਸਾਡਾ ਧਿਆਨ ਭਟਕ ਜਾਏਗਾ, ਸਾਡੇ ਲੋਕ ਵੰਡੇ ਜਾਣਗੇ। ਅੱਜ ਕਿਸੇ ਵੀ ਬੰਦੇ ਨੇ, ਚਾਹੇ ਕੋਈ ਕਾਂਗਰਸੀ ਹੈ, ਚਾਹੇ ਅਕਾਲੀ ਹੈ, ਚਾਹੇ ਆਪ ਵਾਲਾ, ਚਾਹੇ BJP ਵਾਲਾ, ਤਾਂ ਖੈਰ ਉਹਨਾਂ ਦੇ ਨਾਲੇ ਸੀਗੇ, ਫਿਰ ਵੀ BJP ਵਾਲਿਆਂ ਨੇ ਟੁੱਟ ਕੇ ਆਏ, ਅਸਤੀਫੇ ਦੇ ਕੇ ਆ ਕੇ ਇਸ ਮੂਵਮੈਂਟ ਨਾਲ ਜੁੜੇ ਨੇ। ਤੇ ਹੋਰ ਵੀ ਕੋਈ ਵੀ ਪੋਲੀਟੀਕਲ ਪਾਰਟੀਆਂ ਦੇ ਜੋ ਬੰਦੇ ਹੈਗੇ ਆ ਉਹ ਸਭ ਨੇ ਆਪਣੀ ਰਾਜਨੀਤਿਕ ਹਿੱਤ ਪਿੱਛੇ ਛੱਡ ਕੇ, ਆਪਣੀ ਰਾਜਨੀਤਿਕ ਪਾਰਟੀਆਂ ਪਿੱਛੇ ਛੱਡ ਕੇ ਅੰਦੋਲਨ ਨਾਲ ਜੁੜੇ। ਕਿਉਂ ਜੁੜੇ? ਕਿਉਂਕਿ ਮੁੱਦਾ ਇੱਕ ਸੀਗਾ, ਏਜੰਡਾ ਇੱਕ ਸੀਗਾ। ਤੇ ਜਦੋਂ ਸਾਡੇ ਕਿਸਾਨ ਲੀਡਰ ਜਾ ਕੇ ਉਹੀ ਪੋਲੀਟੀਕਲ ਪਾਰਟੀਆਂ ਵਿੱਚ ਵੜ ਜਾਣਗੇ ਤੇ ਫਿਰ ਉਹਦੇ ਨਾਲ ਫਿਰ ਉਹ ਡਿਵਾਈਡ ਹੋ ਜਾਣਗੇ, ਉਹ ਫਿਰ ਲੋਕ ਵੰਡੇ ਜਾਣਗੇ, ਉਹ ਲੀਡਰ ਨਹੀਂ ਵੰਡੇ ਜਾਣਗੇ, ਉਹ ਲੋਕ ਵੰਡੇ ਜਾਣਗੇ। ਤਾਂ ਮੇਰੀ ਬੇਨਤੀ ਤਾਂ ਇਹੀ ਹੋਊਗੀ ਤੁਹਾਡੇ ਜਰੀਏ ਕਿ ਪਹਿਲਾਂ ਇੱਕ MSP ਵਾਲਾ ਮੁੱਦਾ ਅਸੀਂ ਨੂੰ ਜ਼ਰੂਰ ਸੁਲਝਾਈਏ। ਹੁਣ ਤਾਜੀ ਫੱਟ ਹੈ, ਸਰਕਾਰ ਨੂੰ ਵੀ ਪਤਾ ਹੈ, ਕਿਉਂਕਿ ਮੈਂ ਫਿਰ ਉਹੀ ਕਹਿੰਦਾ ਕਿ ਇਹ ਲੜਾਈ ਜਿੰਨੀ ਲੀਡਰਾਂ ਦੀ ਸੀਗੀ ਤੇ ਉਹ ਤੋਂ ਵੱਧ ਜਨਤਾ ਦੀ ਸੀਗੀ। ਇਹ ਜਨ ਅੰਦੋਲਨ ਸੀਗਾ। ਜੇ ਸਰਕਾਰ ਝੁਕੀ ਅੱਜ, ਉਹ ਜਨਤਾ ਕਰਕੇ ਝੁਕੀ ਹੈ, ਉਹ ਜਨਤਾ ਦੀ ਵੋਟ ਦੀ ਫੱਟ ਕਰਕੇ ਝੁਕੀ ਹੈ। ਸਰਕਾਰ ਨੇ ਦੇਖਿਆ ਕੱਲ੍ਹ ਨੂੰ ਸਾਨੂੰ ਵੋਟਾਂ ਹੀ ਨਹੀਂ ਪੈਣਗੀਆਂ, ਅਸੀਂ ਸਰਕਾਰ ਕਿਵੇਂ ਬਣਾਵਾਂਗੇ? ਤਾਂ ਬੈਟਰ ਹੈ ਜੋ ਅੱਜ ਜਨਤਾ ਕਹਿ ਰਹੀ ਉਹ ਗੱਲ ਮੰਨ ਲਈ ਜਾਵੇ। ਤਾਂ ਉਹ ਗੱਲ ਮੰਨੀ ਗਈ ਤਾਂ ਉਹੀ ਗੱਲ ਫੇਰ ਹੈ ਕਿ ਹੁਣ ਵੋਟਾਂ ਹਜੇ ਪਈਆਂ ਨੇ, UP ਇਲੈਕਸ਼ਨ ਹਜੇ ਪੈਂਡਿੰਗ ਹੈ, ਪੰਜਾਬ ਇਲੈਕਸ਼ਨ ਪੈਂਡਿੰਗ ਹੈ, ਉੱਤਰਾਖੰਡ ਇਲੈਕਸ਼ਨ ਪੈਂਡਿੰਗ ਹੈ, ਗੋਆ ਇਲੈਕਸ਼ਨ ਪੈਂਡਿੰਗ ਹੈ। ਸਰਕਾਰ ਅੱਜ ਮਜਬੂਰ ਨਜ਼ਰ ਆ ਰਹੀ ਹੈ ਤੇ ਇਹ ਮਜਬੂਰੀ 'ਚ ਜੇ ਤੁਸੀਂ ਇਹ ਮੌਕਾ ਹੁੰਝ ਗਏ ਤਾਂ MSP ਦਾ ਮੁੱਦਾ ਅਗਲੇ ਹੋਰ ਇਲੈਕਸ਼ਨਾਂ ਤੱਕ ਰੁਲ ਕੇ ਰਹਿ ਜਾਏਗਾ। ਤੇ ਮੁੜ ਕੇ ਫਿਰ ਐਡਾ ਬੜਾ ਜਨ ਅੰਦੋਲਨ ਖੜਾ ਕਰਨ ਵਾਸਤੇ ਵੀ ਬਹੁਤ ਐਫਰਟਸ ਚਾਹੀਦੇ ਨੇ, ਬਹੁਤ ਜ਼ੋਰ ਲਾਉਣ ਦੀ ਲੋੜ ਹੈਗੀ ਹੈ। ਤੇ ਇਸ ਕਰਕੇ ਵੀ ਹੁਣ ਜ਼ਰੂਰੀ ਹੈ ਕਿ ਸਾਨੂੰ ਸਟ੍ਰਿਕਟਲੀ MSP ਦੇ ਮੁੱਦੇ ਤੇ ਅੜ ਕੇ ਰਹਿਣਾ ਚਾਹੀਦਾ ਹੈ। ਜਦ ਤੱਕ ਇਹ ਮੁੱਦਾ ਸੋਲਵ ਨਹੀਂ ਹੁੰਦਾ ਤਾਂ ਮੇਰੀ ਬੇਨਤੀ ਇਹ ਹੋਊਗੀ, ਹੱਥ ਬੰਨ੍ਹ ਕੇ ਬੇਨਤੀ ਹੋ ਕਿਸਾਨ ਲੀਡਰਾਂ ਨੂੰ ਕਿ ਰਾਜਨੀਤੀ ਵੱਲ ਮੂੰਹ ਵੀ ਨਾ ਕਰਿਓ, ਸੋਚਿਓ ਵੀ ਨਾ। ਬਿਲਕੁਲ ਰਾਜਨੀਤੀ ਦੀ ਗੱਲ ਕਰਦੇ ਹਾਂ ਵਾਲੀਆ ਸਾਹਿਬ, ਤੁਸੀਂ ਵੀ ਰਾਜਨੀਤੀ ਪਾਰਟੀ 'ਚ ਬਹੁਤ ਨੇੜੇ ਰਹੇ ਹੋ, ਆਮ ਆਦਮੀ ਪਾਰਟੀ ਦੇ। ਕੇਜਰੀਵਾਲ ਸਾਹਿਬ ਦਿੱਲੀ 'ਚ ਕਹਿੰਦੇ ਗਰੰਟੀਆਂ ਪੂਰੀਆਂ ਦੇ ਰਹੇ ਨੇ, ਪਰ ਜੋ ਗੱਲਾਂ ਨਿਕਲ ਕੇ ਆ ਰਹੀਆਂ ਨੇ ਵੀ ਉਹਨਾਂ ਦੀਆਂ ਦਿੱਲੀ 'ਚ ਗਰੰਟੀਆਂ ਦਿੱਤੀਆਂ ਪੂਰੀਆਂ ਨਹੀਂ ਹੋਈਆਂ ਤੇ ਪੰਜਾਬ ਨੂੰ ਕਿਵੇਂ ਪੂਰਾ ਕਰਨਗੇ? ਦੇਖੋ ਦਿੱਲੀ 'ਚ ਗਰੰਟੀ ਤਾਂ ਬੜੀ ਦੂਰ ਦੀ ਗੱਲ ਹੈ। ਕੇਜਰੀਵਾਲ ਸਾਹਿਬ ਉਹ ਨੇ, ਤੁਹਾਨੂੰ ਯਾਦ ਹੋਊਗਾ 2013 'ਚ ਜਦੋਂ ਇਲੈਕਸ਼ਨ ਦਿੱਲੀ ਜਿੱਤੇ ਸੀਗੇ, ਉਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਇੱਕ ਆਪਣੇ ਮੁੰਡੇ ਦੀ ਸਹੁੰ ਖਾ ਕੇ ਗਰੰਟੀ, ਆਪਣੇ ਬੱਚਿਆਂ ਦੀ ਸਹੁੰ ਖਾ ਕੇ ਗਰੰਟੀ ਦਿੱਤੀ ਸੀਗੀ ਮੈਂ ਕੋਈ ਰਾਜਨੀਤਿਕ ਪਾਰਟੀ ਨਾਲ ਗੱਠਜੋੜ ਨਹੀਂ ਕਰੂੰਗਾ। ਪਰ ਉਹਨਾਂ ਨੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾ ਲਈ। ਸੋ ਉਹਦੀ ਗਰੰਟੀ ਤੁਸੀਂ ਕਿਹੜੀ ਗਰੰਟੀ ਕਰਦੇ ਹੋ? ਫਿਰ ਦੂਜੀ ਗਰੰਟੀ ਕੇਜਰੀਵਾਲ ਸਾਹਿਬ ਦੇ ਕੇ ਬਰਨਾਲੇ ਆ ਕੇ ਜੋ ਭਗਵੰਤ ਮਾਨ ਦੀ ਸ਼ਰਾਬ ਛੁਡਾਓ ਰੈਲੀ ਹੋਈ ਸੀਗੀ ਤੇ ਉਸ 'ਚ ਭਗਵੰਤ ਮਾਨ ਸਾਹਿਬ ਨੇ ਵੀ ਆਪਣੇ ਮਾਤਾ ਦੇ ਸਿਰ ਤੇ ਹੱਥ ਰੱਖ ਕੇ, ਮਾਂ ਰੱਬ ਦਾ ਰੂਪ ਹੁੰਦਾ, ਦਰਜਾ ਹੁੰਦਾ, ਸਾਡੀ ਜਨਨੀ ਹੈ, ਤੇ ਉਸ ਮਾਂ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਈ ਸੀਗੀ ਕਿ ਮੈਂ ਅੱਜ ਤੋਂ ਬਾਅਦ ਦਾਰੂ ਨਹੀਂ ਪੀਊਂਗਾ। ਔਰ ਕੇਜਰੀਵਾਲ ਨੇ ਉਹਨੂੰ ਕ੍ਰਾਂਤੀਕਾਰੀ ਕਦਮ, ਇਨਕਲਾਬੀ ਕਦਮ ਤੇ ਪੰਜਾਬ ਵਾਸਤੇ ਕੁਰਬਾਨੀ ਤੱਕ ਦੇ ਸ਼ਬਦ ਯੂਜ਼ ਕੀਤੇ ਸੀਗੇ। ਪਰ ਉਸ ਤੋਂ ਬਾਅਦ ਹੀ ਭਗਵੰਤ ਮਾਨ ਸਾਹਿਬ 4-5 ਵਾਰੀ ਪੱਤਰਕਾਰ ਭਰਾਵਾਂ ਨਾਲੇ ਦਾਰੂ ਪੀ ਕੇ ਲੜ ਪਏ ਸੀਗੇ। ਤੁਹਾਡੇ ਸਾਹਮਣੇ ਸਾਰੀ ਗੱਲਾਂ ਆਈਆਂ। ਸੋ ਜਦ ਉਹ 2 ਗਰੰਟੀਆਂ ਕੇਜਰੀਵਾਲ ਨਹੀਂ ਆਪਣੀਆਂ ਪੂਰੀਆਂ ਕਰ ਸਕਿਆ ਤੇ ਹੁਣ ਇਹ ਗਰੰਟੀਆਂ ਦਾ ਕੀ ਗਰੰਟੀ ਕੌਣ ਲਊਗਾ? ਤੇ ਜਦ ਉਹ ਗਰੰਟੀਆਂ ਨਹੀਂ ਰਹੀਆਂ। ਤੁਸੀਂ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਰਹੇ ਹੋ, ਸਪੋਕਸਪਰਸਨ ਰਹੇ ਹੋ, ਕੀ ਕਾਰਨਾਂ ਕਰਕੇ ਤੁਹਾਨੂੰ ਪਾਰਟੀ ਛੱਡਣੀ ਪੈ ਗਈ ਸੀ? ਦੇਖੋ ਕਿਸਾਨ ਅੰਦੋਲਨ ਨੇ ਇੱਕ ਚੀਜ਼ ਸਾਬਿਤ ਕਰਤੀ ਹੈ। ਕਿਸਾਨ ਅੰਦੋਲਨ ਨੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ। ਦੁਬਾਰਾ ਪੰਜਾਬੀਆਂ ਨੂੰ, ਪੰਜਾਬ ਨੂੰ, ਪੰਜਾਬੀਅਤ ਤੇ ਪੰਜਾਬੀਆਂ ਨੂੰ ਪੂਰੇ ਵਰਲਡ 'ਚ ਇੱਕ ਤਰ੍ਹਾਂ
ਆਪਣੇ ਨੂੰ ਦੁਬਾਰਾ ਦਿਖਾਉਣ ਦਾ ਮੌਕਾ ਮਿਲਿਆ ਕਿ ਇਹ ਕੌਮ ਐਸੀ ਕੌਮ ਹੈ ਕਿ ਜਿਹੜੀ ਬਗਾਵਤੀ ਵੀ ਹੈ ਤੇ ਜਿਹੜੀ ਜੁਝਾਰੂ ਵੀ ਹੈ ਤੇ ਇਨਕਲਾਬੀ ਵੀ ਹੈ। ਤੇ ਕੇਜਰੀਵਾਲ ਸਾਹਿਬ ਨੂੰ ਪਰ ਹਜੇ ਵੀ ਲੱਗਦਾ ਕਿ ਪੰਜਾਬੀ ਜਿਹੜੇ ਹੈਗੇ ਨੇ ਵੀ ਸ਼ਾਇਦ ਉਹ ਨਕਾਰਾ ਤੇ ਬੇਸਮਝ ਨੇ ਤੇ ਦਿੱਲੀ ਵਾਲੇ ਕੇਜਰੀਵਾਲ ਜੀ ਕੁਝ ਜ਼ਿਆਦਾ ਸਿਆਣੇ ਨੇ। ਤੁਸੀਂ ਇਹੀ ਸਾਨੂੰ ਲੱਗਿਆ 2017 'ਚ ਅਸੀਂ ਗਲਤੀ ਕੀਤੀ, ਉਸ ਟਾਈਮ ਨਹੀਂ ਟੋਕਿਆ, ਪਰ ਹੁਣ 8 ਮਹੀਨੇ ਮੈਂ ਪਾਰਟੀ ਦੇ ਅੰਦਰ ਰਹਿ ਕੇ, ਪਹਿਲਾਂ ਜਦੋਂ ਕਿਸਾਨ ਮੂਵਮੈਂਟ ਸ਼ੁਰੂ ਹੋਈ ਤੇ ਉਸੇ ਟਾਈਮ ਤੇ ਮੈਂ ਐਜ਼ ਏ ਸਪੋਕਸਪਰਸਨ ਦਾ ਅਹੁਦਾ ਛੱਡਤਿਆ ਸੀਗਾ, ਕਿਉਂਕਿ ਮੇਰੇ ਇਹ ਅੰਦਰ ਆਤਮਾ ਜਿਹੜੀ ਕਹਿੰਦੀ ਨਹੀਂ ਸੀਗੀ ਵੀ ਜਾ ਕੇ ਮੈਂ ਕਿਸਾਨ ਭਰਾਵਾਂ ਵੱਲੋਂ ਕਿਸਾਨ ਅੰਦੋਲਨ ਬਾਰੇ ਕੋਈ ਝੂਠ ਸੱਚ ਕੇਜਰੀਵਾਲ ਦਾ ਬੋਲਾਂ, ਤਾਂ ਉਹ ਮੈਂ ਨਹੀਂ ਬੋਲਣਾ ਚਾਹੁੰਦਾ ਸੀ, ਇਸ ਕਰਕੇ ਮੈਂ ਅਹੁਦਾ ਛੱਡਤਿਆ ਸੀਗਾ। ਉਹ ਤੋਂ ਬਾਅਦ ਵੀ 8 ਮਹੀਨੇ ਮੇਰੇ ਅੰਦਰ ਖਾਤੇ ਲੜਾਈ ਚੱਲਦੀ ਰਹੀ ਕਿ ਭਾਈ ਵੀ ਦਿੱਲੀ ਵਾਲੇ ਕੀ ਕਰ ਰਹੇ ਹੋ ਰਹੇ, ਕੀ ਸਾਨੂੰ ਅਕਲ ਨਹੀਂ ਹੈ, ਕੀ ਸਾਨੂੰ ਪਤਾ ਨਹੀਂ ਹੈ, ਕੀ ਪੰਜਾਬ ਸਾਨੂੰ ਚਲਾਉਣਾ ਨਹੀਂ ਆਉਂਦਾ। ਜੇ ਅਸੀਂ 4 ਸਾਲ 4.5 ਸਾਲ ਤੁਹਾਡੀ ਪਾਰਟੀ ਸਾਂਭ ਕੇ ਰੱਖੀ, ਜਿੰਦੀ ਰੱਖੀ ਪੰਜਾਬ, ਜੇ ਤੁਹਾਨੂੰ ਤੁਸੀਂ 1900 ਵੋਟਾਂ ਪਈਆਂ ਹੁਣ ਸ਼ਾਹਕੋਟ ਚਾਹੇ ਹੋਰ ਹੋਇਆ ਹੋਵੇ, ਫਿਰ ਵੀ ਅਸੀਂ ਸਾਂਭ ਕੇ ਰੱਖੀ, ਡਟ ਕੇ ਖੜੇ ਰਹੇ, ਤੇ ਹੁਣ ਅਸੀਂ ਜਿਹੜੇ ਹੈ ਬੇਅਕਲ ਹੋ ਗਏ, ਨਾ ਸਮਝ ਹੋ ਗਏ, ਤੇ ਹੁਣ ਦਿੱਲੀ ਵਾਲੇ ਸਿਆਣੇ ਹੋ ਗਏ। ਹੁਣ ਉਹੀ ਗੱਲ ਹੈ, ਫੂਲਕਾ ਸਾਹਿਬ ਸੀਗੇ, ਸੰਧੂ ਸਾਹਿਬ ਸੀਗੇ, ਤੁਸੀਂ ਸੀਗੇ, ਹੋਰ ਕਈ ਲੀਡਰ ਸੀਗੇ ਆਮ ਆਦਮੀ ਪਾਰਟੀ 'ਚ, ਠੀਕ ਹੈ ਜੀ, ਉਹਨਾਂ ਨੇ ਵੀ ਛੱਡੀ ਹੈ। ਤੇ ਹੁਣ ਤੁਹਾਨੂੰ ਕਿਵੇਂ ਲੱਗਦਾ ਇੱਕ ਹਵਾ ਚੱਲਦੀ ਪਈ ਹੈ ਕਿ ਕਿਸਾਨ ਅੰਦੋਲਨ ਤੋਂ ਬਾਅਦ ਰਾਜੇਵਾਲ ਸਾਹਿਬ ਵੀ ਕਹਿੰਦੇ ਆਮ ਆਦਮੀ ਪਾਰਟੀ ਦਾ ਮੁੱਖ ਚਿਹਰਾ ਹੋਣ ਜਾ ਰਿਹਾ ਹੈ? ਦੇਖੋ, ਵੈਸੇ ਤਾਂ ਰਾਜੇਵਾਲ ਸਾਹਿਬ ਦਾ ਆਪਣਾ ਡਿਸੀਜਨ ਹੈ ਇਹ। ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਸਾਰੇ ਕਿਸਾਨ ਲੀਡਰਾਂ ਨੂੰ ਵੀ ਆਪਾਂ ਕੋਈ ਰਾਜਨੀਤਿਕ ਆਪਣੀ ਪਾਰਟੀ ਬਣਾ ਲਓ, ਲਹਿਦੀ ਗੱਲ ਹੈ, ਪਰ ਰਾਜਨੀਤਿਕ ਪਾਰਟੀ 'ਚ ਨਾ ਜਾਈਏ। ਜੇ ਹੁਣ ਰਾਜੇਵਾਲ ਸਾਹਿਬ ਜਾਣਾ ਚਾਹੁੰਦੇ ਉਹ ਤਾਂ ਚਲੋ ਉਹਨਾਂ ਦੀ ਮਰਜ਼ੀ ਹੈ, ਨੋ ਡਾਊਟ। ਉਹਨਾਂ ਨੇ ਕਿਹਾ ਵੀ ਕਿ ਮੇਰੀ ਕੋਈ ਗੱਲਬਾਤ ਚੱਲਦੀ ਨਹੀਂ ਹੈਗੀ, ਪਰ ਜਿਹੜੇ ਰਾਜੇਵਾਲ ਸਾਹਿਬ ਨਾਲ 24 ਘੰਟੇ ਡਾਕਟਰ ਬਲਵੀਰ ਪਟਿਆਲੇ ਤੋਂ ਰਹਿੰਦੇ ਨੇ, ਜਿਹੜੇ ਪ੍ਰਧਾਨ ਵੀ ਰਹੇ ਆਮ ਆਦਮੀ ਪਾਰਟੀ ਕਿਸੇ ਸਮੇਂ ਤੇ ਤੁਸੀਂ ਉਹਨਾਂ ਦਾ ਫੇਸਬੁੱਕ ਪੇਜ ਹੀ ਚੱਕ ਕੇ ਦੇਖ ਲਓ, ਸੱਚਾਈ ਸਾਹਮਣੇ ਆ ਜਾਏਗੀ ਕਿ ਕਿਵੇਂ ਉਹ ਹਰ ਮਹੀਨੇ ਕੇਜਰੀਵਾਲ ਜੀ ਤੇ ਰਾਘਵ ਚੱਡੇ ਨਾਲ ਤੇ ਜਰਨੈਲ ਸਿੰਘ ਨਾਲ ਦੇ ਨਾਲ ਪੈਰਲਲ ਦੇ ਨਾਲ ਮੀਟਿੰਗਾਂ ਵੀ ਕਰਦੇ ਨੇ, ਤੇ ਨਾਲੇ 24 ਘੰਟੇ ਰਾਜੇਵਾਲ ਸਾਹਿਬ ਨਾਲ ਵੀ ਰਹਿੰਦੇ ਆ। ਹੁਣ ਮੈਨੂੰ ਤਾਂ ਸਮਝ ਨਹੀਂ ਆਈ ਕਿ ਵੀ ਕਿਹੜੀ ਗੱਲ, ਸ਼ਾਇਦ ਰਾਜੇਵਾਲ ਸਾਹਿਬ ਸੱਚ ਬੋਲਦੇ ਹੋਣ, ਵੀ ਕੋਈ ਗੱਲ ਹੁਣ ਤੱਕ ਹੋਈ ਨਹੀਂ, ਪਰ ਜਦ ਆਮ ਆਦਮੀ ਪਾਰਟੀ ਦਾ ਪਲਾਂਟਡ ਬੰਦਾ 24 ਘੰਟੇ ਕਿਸਾਨ ਅੰਦੋਲਨ 'ਚ ਬੈਠਾ ਹੈ, ਤੇ ਫਿਰ ਇਹ ਮੇਰੀ ਸਮਝ ਤੋਂ ਬਾਹਰ ਹੈ। ਬਾਕੀ ਦੂਜੀ ਗੱਲ ਮੈਂ ਕਹੂੰਗਾ, ਜੇ ਮੈਂ ਤਾਂ ਕਹਿੰਦਾ ਜੀ ਸਦਕੇ ਜਾਣ ਰਾਜੇਵਾਲ ਸਾਹਿਬ, ਤੇ ਉਹਨਾਂ ਦਾ ਆਪਣਾ ਡਿਸੀਜਨ ਹੈ, ਆਪਣਾ ਇੰਡੀਵਿਜੂਅਲ ਡਿਸੀਜਨ ਹੈ, ਪਰ ਮੇਰੇ ਕੁਝ ਸਵਾਲ ਹੈ। ਪਰ ਰਾਜੇਵਾਲ ਸਾਹਿਬ ਨੂੰ ਵੀ ਤਾਂ ਪਤਾ ਸੀਗਾ ਕੇਜਰੀਵਾਲ ਨੇ ਦਿੱਲੀ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਕਿੰਨੀ ਕੁ ਮਦਦ ਕੀਤੀ ਹੈ। ਮੈਂ ਉਹੀ ਕਹਿਣਾ ਚਾਹੁੰਦਾ, ਮੇਰੇ ਕੁਝ ਸਵਾਲ ਹੈ ਸਾਰੇ ਕਿਸਾਨ ਆਗੂਆਂ ਨੂੰ। ਵੈਸੇ ਤਾਂ ਕਿਸਾਨ ਆਗੂ ਸਮਝਦਾਰ ਹੈ, ਉਹ ਇਹੋ ਜਿਹੀ ਗਲਤੀ ਨਹੀਂ ਕਰਨਗੇ, ਪਰ ਫਿਰ ਵੀ ਜੇ ਕੋਈ ਜਾਣਾ ਚਾਹੁੰਦਾ ਹੈ ਜੀ ਸਦਕੇ ਜਾਵੇ, ਉਹਨਾਂ ਦਾ ਆਪਣਾ ਪਰਸਨਲ ਡਿਸੀਜਨ ਹੈ। ਪਰ ਮੇਰੇ ਕੁਝ ਸਵਾਲ ਜ਼ਰੂਰ ਨੇ, ਤੇ ਕਿਉਂਕਿ ਉਹ ਬਾਅਦ 'ਚ ਪੰਜਾਬ ਦੇ ਲੋਕ ਵੀ ਪੁੱਛਣਗੇ, ਤੇ ਉਹ ਸਵਾਲ ਜ਼ਰੂਰ ਕੇਜਰੀਵਾਲ ਨੂੰ ਪੁੱਛ ਲੈਣ, ਤੇ ਉਹ ਕਿਸਾਨ ਲੀਡਰਸ ਨੂੰ ਵੀ ਸਵਾਲ ਹੋਣਗੇ ਜਿਹੜੇ ਕਿ ਜਾ ਕੇ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਪਹਿਲਾ ਸਵਾਲ ਤਾਂ ਮੇਰਾ ਇਹ ਹੈਗਾ ਕਿ ਵੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕਿਸਾਨਾਂ ਵਾਸਤੇ ਕੀ ਕੀਤਾ। 23 ਨਵੰਬਰ 2020 ਨੂੰ 26 ਨਵੰਬਰ ਨੂੰ ਅਸੀਂ ਇੱਥੇ ਬੈਰੀਗੇਡ ਤੋੜ ਕੇ, ਪਾਣੀ ਦੇ ਬੁਛਾਰਾਂ, ਆਂਸੂ ਗੈਸ ਦੇ ਗੋਲੇ ਝੱਲ ਕੇ ਅਸੀਂ ਦਿੱਲੀ ਬਾਰਡਰ ਪਹੁੰਚੇ, ਪਰ ਉਹ ਤੋਂ 3 ਦਿਨ ਪਹਿਲਾਂ 23 ਨਵੰਬਰ 2020 ਨੂੰ ਟ੍ਰੇਡ ਐਂਡ ਕਮਰਸ ਦਾ ਖੁੱਲ੍ਹੀ ਮੰਡੀ ਵਾਲਾ ਬਿੱਲ ਜਿਹੜਾ ਹੈਗਾ, ਇੱਕ ਕਾਲਾ ਕਾਨੂੰਨ ਕੇਜਰੀਵਾਲ ਲਾਗੂ ਕਰ ਚੁੱਕਿਆ ਸੀ ਗਜਟ ਨੋਟੀਫਿਕੇਸ਼ਨ ਦੇ ਥਰੂ ਦਿੱਲੀ ਦੀ, ਉਹ ਲਾਗੂ ਕਰ ਚੁੱਕਿਆ ਸੀਗਾ, ਤਾਂ ਉਹ ਹੁਣ ਤੱਕ ਵੀ ਰੱਦ ਨਹੀਂ ਹੋਇਆ। ਹੁਣ ਤਾਂ ਇਹ ਸਟੇਟ ਐਕਟ 'ਚ ਆ ਗਿਆ ਨਾ, ਪਹਿਲਾਂ ਤਾਂ ਸੈਂਟਰਲ ਐਕਟ ਦੇ 3 ਕਾਲੇ ਕਾਨੂੰਨ ਪਾਸ ਹੋ ਗਏ, ਤੇ ਜਿਵੇਂ ਉਹ ਖਤਮ ਹੋ ਗਏ, ਰਿਪੀਲ ਹੋ ਗਏ, ਹੁਣ ਜੋ ਸਟੇਟ ਕੋਈ ਕਾਨੂੰਨ ਲਾਗੂ ਕਰਦੀ ਹੈ ਤਾਂ ਉਹ ਇੰਪਲੀਮੈਂਟ ਹੋਏਗਾ। ਤੇ ਇਹਦਾ ਮਤਲਬ ਸਟੇਟ ਦਾ ਲਾਗੂ ਕਰਿਆ ਹੋਇਆ ਇੱਕ ਕਾਲਾ ਕਾਨੂੰਨ ਦਿੱਲੀ 'ਚ ਅੱਜ ਵੀ ਇੰਪਲੀਮੈਂਟ ਹੈ, ਅੱਜ ਵੀ ਉਹ ਡੀਨੋਟੀਫਾਈ ਨਹੀਂ ਹੋਇਆ, ਖੁੱਲ੍ਹੀ ਮੰਡੀ ਵਾਲਾ, ਚਾਹੇ ਕੇਂਦਰ ਨੇ ਰੱਦ ਕਰਤੇ। ਦੂਜੀ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਕਿ ਕੀ ਕੇਜਰੀਵਾਲ ਸਾਹਿਬ ਦਿੱਲੀ 'ਚ MSP ਦੇ ਰਹੇ ਨੇ? ਮਨਜੀਤ ਰਾਏ ਜੀ ਇੱਕ ਵਾਰ ਮੇਰੇ ਨਾਲ ਡਿਬੇਟ 'ਤੇ ਸੀਗੇ, ਉਹਨਾਂ ਨੇ ਆਪ ਐਡਮਿਟ ਕੀਤਾ, ਕਹਿੰਦੇ ਟਕੈਤ ਸਾਹਿਬ ਦੇ ਇੱਕ ਸਾਥੀ ਨਾਲ ਮੈਂ ਗਿਆ ਦਿੱਲੀ 'ਚ, ਤੇ ਝੋਨੇ 'ਤੇ MSP ਨਹੀਂ ਸੀਗੀ, 1500-1600 ਦੇ ਰੇਟ ਨੂੰ ਚੱਕਿਆ ਜਾ ਰਿਹਾ ਸੀਗਾ, ਅਸੀਂ ਵੀ ਸਰਪ੍ਰਾਈਜ਼ ਸੀਗੇ। ਤੀਜੀ ਗੱਲ, ਪੰਜਾਬ ਨੂੰ ਨੈਚੁਰਲੀ ਜੇ ਜਾਣਗੇ ਤਾਂ ਪੰਜਾਬ ਨੂੰ ਗਾਲਾਂ ਕੱਢਣਗੇ, ਪੰਜਾਬੀਆਂ ਨੂੰ ਗਾਲਾਂ ਕੱਢਣਗੇ, ਪੰਜਾਬ ਸਰਕਾਰ ਨੂੰ ਗਾਲਾਂ ਕੱਢਣਗੇ, ਚਾਹੇ ਅਕਾਲੀਆਂ ਦੀ ਰਹੀ ਹੈ ਚਾਹੇ ਕਾਂਗਰਸੀਆਂ ਦੀ ਰਹੀ ਹੈ। ਪਰ 10,500 ਕਰੋੜ ਦਾ ਸਬਸਿਡੀ ਬਿਜਲੀ ਦੀ, ਉਹ ਤਾਂ ਪੰਜਾਬ ਸਰਕਾਰਾਂ ਨੇ ਦਈ ਹੈ, ਚਾਹੇ ਕਿਸੇ ਦੀ ਸਰਕਾਰ ਵੀ ਹੋਵੇ। ਕਿ ਕੇਜਰੀਵਾਲ ਨੇ ਇੱਕ ਵੀ ਮੋਟਰਾਂ ਦਾ ਬਿੱਲ ਮਾਫ ਕਰਿਆ ਹੋਇਆ ਕਿਸਾਨਾਂ ਦਾ? ਚੌਥੀ ਗੱਲ, ਜਿਹੜੇ 2 ਬਲਾਤਕਾਰੀ ਟਿੱਕਰੀ ਬਾਰਡਰ 'ਤੇ ਸੀ, ਸਾਡੀ ਬੰਗਾਲ ਦੀ ਭੈਣ ਨਾਲ ਬਲਾਤਕਾਰ ਹੋਇਆ, ਬਾਅਦ 'ਚ ਉਹਦੀ ਡੈਥ ਵੀ ਹੋ ਗਈ ਸੀਗੀ, ਉਹਨਾਂ 'ਚੋਂ ਇੱਕ ਜਿਹੜਾ ਸੀਗਾ ਉਹ ਆਮ ਆਦਮੀ ਪਾਰਟੀ ਦਾ ਦਵਾਰਕਾ ਦਾ ਲੋਕ ਸਭਾ ਦਾ ਪ੍ਰਭਾਰੀ ਸੀਗਾ, ਤੇ ਨਾਲ ਸੋਸ਼ਲ ਮੀਡੀਆ ਇੰਚਾਰਜ ਸੀਗਾ, ਤੇ ਜਿਹਨੇ ਉੱਥੇ ਵੀ ਮੇਰੇ ਖਿਆਲ ਕਿਸਾਨ ਆਰਮੀ ਦੇ ਨਾਂ 'ਤੇ ਕੁਛ ਚਲਾਇਆ ਸੀਗਾ ਮੁਹਿੰਮ। ਦੂਜਾ ਜਿਹੜਾ ਸੀਗਾ ਉਹ ਹਰਿਆਣਾ ਬਵਾਣਾ ਤੋਂ ਵਿਧਾਨ ਸਭਾ ਦਾ ਇਲੈਕਸ਼ਨ ਆਮ ਆਦਮੀ ਪਾਰਟੀ ਤੇ ਲੜਿਆ ਸੀਗਾ। ਇੱਕ ਨੰਗਲ ਦਾ ਵੀ ਦੱਸਿਆ ਜਾ ਰਿਹਾ ਸੀ, ਕੋਈ ਨੰਗਲ ਦੇ ਜਾਂ ਅਨੰਦਪੁਰ ਸਾਹਿਬ ਦੇ ਵੀ ਇੱਕ ਇਸ ਪਾਰਟੀ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਆਰੋਪ ਨੇ, ਗਲਤ ਕੁਝ?
ਦੇਖੋ ਨੰਗਲ ਤੋਂ ਤਾਂ ਮੈਨੂੰ ਇੱਕ ਜਿਹੜਾ ਹੁਣ ਇੱਕ ਜੋ ਹੁਣ ਜਿਹਨੂੰ ਹਲਕਾ ਇੰਚਾਰਜ ਮੇਰੇ ਖਿਆਲ ਤੁਸੀਂ ਬਣਾਇਆ ਉਹਨਾਂ ਦੀ ਗੱਲ ਕਰਦੇ ਹੋ, ਹਰਜੋਤ ਬੈਂਸ ਜੀ ਮੇਰੇ ਖਿਆਲ ਐਡਵੋਕੇਟ ਵੀ ਨੇ, ਉਹ ਵਕੀਲ ਵੀ ਨੇ। ਨਹੀਂ ਦੇਖੋ ਭ੍ਰਿਸ਼ਟਾਚਾਰ ਦੇ ਆਰੋਪ ਤਾਂ ਮੈਂ ਹਜੇ ਨਹੀਂ ਕਹੂੰਗਾ ਕਿਉਂਕਿ ਕੇਸ ਪੈਂਡਿੰਗ ਹੈ, ਤੇ ਹੁਣ ਪਤਾ ਨਹੀਂ ਕਿਆ ਪਤਾ ਖਤਮ ਵੀ ਹੋ ਗਿਆ ਹੋਵੇ, ਪਰ ਪਹਿਲਾਂ ਸੀਗਾ ਕਿ ਵੀ ਬਾਰ ਕੌਂਸਲ 'ਚ ਕੇਸ ਪੈਂਡਿੰਗ ਸੀਗਾ ਵੀ 7.5 ਲੱਖ ਰੁਪਏ ਕੋਈ NRI ਲੇਡੀ ਨਾਲ ਉਹਨੇ ਜੋ ਲੇਡੀ ਨੇ ਕਿਹਾ ਵੀ ਠੱਗੀ ਦੇ ਆਰੋਪ ਹੈਗਾ। ਹੁਣ ਪਤਾ ਨਹੀਂ ਸੱਚ ਹੈ ਝੂਠ ਹੈ, ਇਹ ਤਾਂ ਹੁਣ ਡਿਸਾਈਡ ਹੋਣ ਤੇ ਹੁਣ ਕਿਆ ਪਤਾ ਡਿਸਾਈਡ ਵੀ ਹੋਵੇ, ਮੈਨੂੰ ਪਤਾ ਨਹੀਂ ਹੈ, ਪਰ ਅਦਰਵਾਈਜ਼ ਉਸ ਟਾਈਮ ਆਰੋਪ ਸੀਗਾ ਇਹ। ਉਹਨਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਗਿਆ ਬਾਰ ਕੌਂਸਲ ਵੱਲੋਂ, ਬਾਅਦ 'ਚ ਫਿਰ ਰੀਸਟੇਟ ਹੋਇਆ ਸੀ ਲਾਇਸੈਂਸ। ਸੋ ਮੋਰ ਓਵਰ ਉਹ ਤਾਂ ਰਹਿੰਦੇ ਵੀ ਲੁਧਿਆਣੇ ਦੇ ਨੇ। ਵਾਲੀਆ ਸਾਹਿਬ ਇੱਕੋ ਸਵਾਲ, ਲਾਸਟ ਆਖਰੀ ਸਵਾਲ ਹੈ, ਹਾਂ ਜਾਂ ਨਾ ਦੇ ਵਿੱਚ ਕੀ ਰਾਜੇਵਾਲ ਸਾਹਿਬ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਾ ਚਾਹੀਦਾ ਕਿ ਨਹੀਂ? ਦੇਖੋ ਇਹ ਤਾਂ ਰਾਜੇਵਾਲ ਸਾਹਿਬ ਦਾ ਆਪਣਾ ਡਿਸੀਜਨ ਹੈਗਾ, ਤੋ ਮੈਂ ਤਾਂ ਇਸ 'ਚ ਕੋਈ ਕਿੰਤੂ ਪਰੰਤੂ ਕਰ ਨਹੀਂ ਸਕਦਾ। ਜੇ ਬਣਨਗੇ ਤਾਂ ਇਹ ਸਵਾਲ ਅਸੀਂ ਕਰਾਂਗੇ। ਅਸੀਂ ਇਹ ਨਹੀਂ ਦੇਖਾਂਗੇ ਕਿ ਉਹ ਅੰਦੋਲਨ ਦੇ ਲੀਡਰ ਸੀਗੇ, ਅਸੀਂ ਇਹ ਦੇਖਣਾ ਹੈ ਕਿ ਅੰਦੋਲਨ ਨੂੰ ਦਾਗ ਕਿਹਨੇ ਲਾਇਆ, ਅੰਦੋਲਨ ਦੀ ਖਿਲਾਫਤ ਕਿਹਨੇ ਕੀਤੀ, ਅੰਦੋਲਨ ਦੇ ਖਿਲਾਫ ਕੌਣ ਚੱਲਿਆ। ਮੈਜਿਸਟਰੇਟ ਜਾਂਚ ਦੇ ਆਰਡਰ ਮੈਂ RTI ਪਾਈ ਸੀਗੀ ਕਿਸਾਨ ਅੰਦੋਲਨ ਦੇ 4 ਇਨਸੀਡੈਂਟਸ ਤੇ, ਚਾਰੇ ਇਨਸੀਡੈਂਟਸ ਦੇ ਚਾਹੇ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਸਾਹਮਣੇ ਅਟੈਕ ਹੋਇਆ ਕਿਸਾਨਾਂ ਤੇ, ਚਾਹੇ ਝੂਠੀਆਂ ਪਰਚੇ ਦਰਜ ਹੋਏ, ਚਾਹੇ 26 ਜਨਵਰੀ ਦਾ ਹੋਵੇ, ਅਰਵਿੰਦ ਕੇਜਰੀਵਾਲ ਨੇ ਮੈਜਿਸਟਰੇਟ ਜਾਂਚ ਦੇ ਇੱਕ ਵੀ ਕੇਸ 'ਚ ਆਰਡਰ ਨਹੀਂ ਦਿੱਤੇ ਹੈਗੇ, ਉਹਨੂੰ ਦੇਣੇ ਚਾਹੀਦੇ ਸੀਗੇ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਗੱਲ ਇੱਕ ਹੋਰ ਵੀ ਹੈਗੀ ਹੈ, ਜਿੰਨੀਆਂ ਜ਼ਮਾਨਤਾਂ ਲੱਗੀਆਂ ਮੇਰੇ ਕੋਲ ਪਏ ਨੇ 5 ਆਰਡਰ। ਜੇ ਰਾਜੇਵਾਲ ਸਾਹਿਬ ਜਾਣਗੇ ਜੀ ਸਦਕੇ ਜਾਣ, ਸਾਡੇ ਸੀਨੀਅਰ ਆਗੂ ਨੇ, ਕਿਸਾਨ ਲੀਡਰ ਨੇ, ਕਿਤੇ ਇਸ 'ਚ ਕੋਈ ਇਹ ਨਹੀਂ ਵੀ ਜੇ ਰਾਜਨੀਤਿਕ ਪਾਰਟੀ ਜੁਆਇਨ ਕਰ ਲੈਣਗੇ ਤਾਂ ਉਹਨਾਂ ਦਾ ਯੋਗਦਾਨ ਕਿਸਾਨ ਅੰਦੋਲਨ 'ਚ ਘਟ ਜਾਏਗਾ। ਅਸੀਂ ਫਿਰ ਵੀ ਉਹਨਾਂ ਦੇ ਯੋਗਦਾਨ ਦੀ ਕਿਸਾਨ ਅੰਦੋਲਨ 'ਚ ਸ਼ਲਾਘਾ ਕਰਾਂਗੇ ਤੇ ਉਹਨਾਂ ਨੂੰ ਸਲੂਟ ਕਰਾਂਗੇ ਉਹਨਾਂ ਦੇ ਉਸ ਯੋਗਦਾਨ ਵਾਸਤੇ। ਪਰ ਜੋ ਜਾਣਗੇ ਆਮ ਆਦਮੀ ਪਾਰਟੀ 'ਚ ਤਾਂ ਨਾਲ ਉਹਨਾਂ ਤੋਂ ਸਵਾਲ ਜ਼ਰੂਰ ਲੈ ਕੇ ਆਉਣ, ਮੇਰੇ ਤੋਂ ਆਰਡਰ ਦੀ ਕਾਪੀਆਂ ਲੈ ਜਾਣ ਕਿ ਕਿਸਾਨ ਜਿਨ੍ਹਾਂ ਦੇ ਪਰਚੇ ਦਰਜ ਹੋਏ ਸੀ ਮੁੰਡਿਆਂ ਤੇ, 20-20 ਸਾਲ ਦੇ ਮੁੰਡੇ, 23-23 ਸਾਲ ਦੇ ਮੁੰਡਿਆਂ ਤੇ, ਅਰਵਿੰਦ ਕੇਜਰੀਵਾਲ ਦੇ ਸਰਕਾਰੀ ਵਕੀਲਾਂ ਨੇ ਡਟ ਕੇ ਵਿਰੋਧ ਕੀਤਾ ਸੀ ਜ਼ਮਾਨਤਾਂ ਨਹੀਂ ਹੋਣੀਆਂ ਚਾਹੀਦੀਆਂ। ਦਿਸ਼ਾ ਰਵੀ ਜੀ ਤੇ ਦੇਸ਼ ਵਿਰੋਧ ਦਾ ਮੁਕੱਦਮਾ ਦਰਜ ਹੋਇਆ था, ਉਹਦਾ ਵੀ ਅਰਵਿੰਦ ਕੇਜਰੀਵਾਲ ਨੇ, ਮੈਂ ਸਿੱਧਾ ਕਹੂੰਗਾ, ਉਹਨੇ ਵਿਰੋਧ ਕੀਤਾ ਸੀ ਜ਼ਮਾਨਤ ਨਹੀਂ ਹੋਣੀ ਚਾਹੀਦੀ। ਤਾਂ ਮੈਂ ਤਾਂ ਕਹਿੰਦਾ ਜਾਣ ਜੀ ਸਦਕੇ ਪਰ ਸਵਾਲਾਂ ਦਾ ਜਵਾਬ ਜ਼ਰੂਰ ਦੇ। ਧੰਨਵਾਦ। ਸੋ ਇਹ ਸਨ ਐਡਵੋਕੇਟ ਸਤਬੀਰ ਸਿੰਘ ਵਾਲੀਆ ਜੀ, ਜਿਨ੍ਹਾਂ ਨੇ ਕੇਜਰੀਵਾਲ ਨੂੰ ਲੈ ਕੇ ਤੇ ਜਿਹੜੇ ਕਿਸਾਨੀ ਸੰਘਰਸ਼ ਦੇ ਥੰਮ ਮੰਨੇ ਜਾਂਦੇ ਨੇ ਰਾਜੇਵਾਲ ਸਾਹਿਬ, ਜੋ ਕਿ ਹਵਾ ਚੱਲਦੀ ਪਈ ਆ, ਸੂਤਰਾਂ ਦੇ ਹਵਾਲਿਆਂ ਤੋਂ ਗੱਲ ਆਉਂਦੀ ਹੈ ਕਿ ਰਾਜੇਵਾਲ ਸਾਹਿਬ ਕੇਜਰੀਵਾਲ ਦੇ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਤੇ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ, ਤਾਂ ਉਹਨਾਂ ਦੇ ਉੱਪਰ ਹੀ ਸਵਾਲ ਖੜੇ ਕੀਤੇ ਨੇ ਐਡਵੋਕੇਟ ਸਤਬੀਰ ਵਾਲੀਆ ਜੀ ਨੇ ਕਿ ਅਗਰ ਰਾਜੇਵਾਲ ਸਾਹਿਬ ਤੁਸੀਂ ਆਮ ਆਦਮੀ ਪਾਰਟੀ 'ਚ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਜਿਹੜੇ ਕਿ ਸਵਾਲ ਵਕੀਲ ਸਾਹਿਬ ਨੇ ਖੜੇ ਕੀਤੇ ਆ ਇਹ ਜ਼ਰੂਰ ਸੁਣੋ। ਕੈਮਰਾਮੈਨ ਰਵੀ ਦੇ ਨਾਲ ਹਰਜੀਤ ਨਥਾੜੂ, D5 ਚੈਨਲ ਪੰਜਾਬੀ, ਚੰਡੀਗੜ੍ਹ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ।